ਇਕੱਠਾ ਕੀਤਾ ਤੁਸੀਂ ਕਿੱਥੇ ਕਿੱਥੇ ਲਗਾਇਆ ਕਿ ਤੁਸੀਂ ਵੀ ਕੋਈ ਧਰਮ ਜਾਤ ਦੇਖੀ ਹੈ? ਗੋਦੀ ਮੀਡੀਆ ਬਾਬਰ ਇਹੀ ਕਹਿ ਰਿਹਾ। ਪੈਸਾ ਇਕੱਠਾ ਕੀਤਾ ਗਿਆ ਹੈ, ਉਹਦੇ ਵਿੱਚ ਕੋਈ ਮਜ਼ਹਬ, ਕੋਈ ਜਾਤ, ਕੋਈ ਗਰੀਬ ਅਮੀਰ ਦਾ ਨਹੀਂ ਹੈ। ਹਾਂ, ਗਰੀਬਾਂ ਦੇ ਲਈ ਜਾਂਦਾ ਹੈ ਸਿਰਫ। ਮੈਂ ਹਰ ਰੋਜ਼ 200 ਕਿਲੋਮੀਟਰ ਸਾਈਕਲ ਚਲਾਈ। 18 ਨਵੰਬਰ ਨੂੰ ਸ਼ੁਰੂ ਕੀਤਾ, ਜਿਸ ਦਿਨ ਮੈਂ 64 ਸਾਲ ਦਾ ਹੋਇਆ ਸੀਗਾ, ਤੇ 1 ਦਸੰਬਰ ਨੂੰ ਖਤਮ ਕੀਤਾ। ਹਰ ਰੋਜ਼ ਮੈਂ 200 ਕਿਲੋਮੀਟਰ ਚਲਾਉਂਦਾ ਸੀਗਾ। ਮੈਂ ਹਰ ਰੋਜ਼ 50 ਕਿਲੋਮੀਟਰ ਦੇ ਬਰਾਬਰ ਦੌੜਦਾ ਸੀਗਾ। ਮੇਰੀ ਇੱਥੇ ਇੰਜਰੀ ਹੋ ਗਈ, ਮੇਰੀ ਲੱਤਾਂ ਨੂੰ ਹੋ ਗਈ। ਜੋ ਤੁਸੀਂ ਕੰਮ ਕਰ ਰਹੇ ਹੋ, ਕਦੀ ਇਹ ਮੀਡੀਆ ਨੇ ਚੱਕਿਆ ਤੁਹਾਡੀਆਂ ਗੱਲਾਂ ਰੱਖੀਆਂ ਨੇ ਮੀਡੀਆ ਨੇ ਅੱਗੇ? ਨਾ ਤੇ ਸਾਨੂੰ ਕਿਸੇ ਨੇ ਪੁੱਛਿਆ, ਨਾ ਸਾਨੂੰ ਅਸੀਂ ਕਿਸੇ ਨੂੰ ਦੱਸਿਆ। ਤੇ ਸਾਡੀ ਆਪਣੀ ਫੈਮਿਲੀ ਹੈਗੀ ਹੈ, ਉਸ ਫੈਮਿਲੀ ਦੇ ਨੇ ਕਿਸੇ ਨੇ 5000 ਰੁਪਏ ਦਿੱਤੇ, ਕਿਸੇ ਨੇ 10000 ਰੁਪਏ ਦਿੱਤਾ, ਉਹਨਾਂ ਨੇ ਬਸ ਭੇਜਿਆ ਹੈ, ਅਸੀਂ ਉਹਦੇ ਤੋਂ ਹੀ ਖਰੀਦ ਕੇ ਦੇ ਰਹੇ ਹਾਂ। ਗੋਦੀ ਮੀਡੀਆ ਇੱਕ ਸੰਸਥਾ ਨੂੰ ਲੈ ਕੇ ਉਹਦੀ ਬਦਨਾਮੀ ਕਰ ਰਿਹਾ ਹੈ। ਆਹ ਦੇਖੋ ਜੀ, ਇਹਨਾਂ ਦਾ ਆਤੰਕਵਾਦੀ ਨਾਲ ਸੰਬੰਧ ਹੈਗੇ ਨੇ। ਮੈਂ ਤੇ ਇਹੀ ਕਹਾਂਗਾ, ਜਿਹੜੇ ਸਾਡੇ ਇੱਥੇ ਦੇ ਆਗੂ ਨੇ ਇਹ ਉਹਨਾਂ ਨੂੰ ਬੁਲਾਉਣ, ਇੱਕ ਓਪਨ ਡਿਬੇਟ ਕਰ ਲੈਣ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਵਿਜੇ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਹਿੰਦੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਬਰਕਤ ਜਾ ਨਹੀਂ ਸਕਦੀ। ਜਿਸ ਤਰੀਕੇ ਨਾਲ 2 ਦਿਨ ਪਹਿਲਾਂ ਹੀ ਗੋਦੀ ਮੀਡੀਆ ਲੱਗੇ ਹੋਇਆ ਸੀ ਕਿ ਫੰਡਿੰਗ ਹੁੰਦੀ ਕਿੱਥੋਂ ਪਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 15ਵੇਂ ਪੀੜ੍ਹੀ ਦੇ ਵਿੱਚੋਂ ਤੁਹਾਡੇ ਨਾਲ ਅਸੀਂ ਅੱਜ ਮਿਲਾਵਾਂਗੇ ਹਰਿੰਦਰ ਸਿੰਘ ਬੇਦੀ ਨਾਲ। ਹਰਿੰਦਰ ਸਿੰਘ ਬੇਦੀ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਉਹ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਹੋਰ ਦੱਸਣਾ ਚਾਹੁੰਦੇ ਕਿ ਜਿਵੇਂ ਟੀ-ਸ਼ਰਟ ਤੇ ਲਿਖਿਆ ਕਿ ਬੇਦੀ ਫਾਊਂਡੇਸ਼ਨ, ਹਰਿੰਦਰ ਸਿੰਘ ਬੇਦੀ ਜੋ ਕਿ 18 ਨਵੰਬਰ ਤੋਂ 1 ਦਸੰਬਰ ਤੱਕ ਇਹਨਾਂ ਨੇ ਸਾਈਕਲ ਯਾਤਰਾ ਕੀਤੀ ਸੀ। ਰਾਜਸਥਾਨ, ਦਿੱਲੀ ਤੋਂ ਰਾਜਸਥਾਨ ਗਏ ਸੀ। ਲਗਭਗ 1.5 ਕਰੋੜ ਰੁਪਈਆ ਇਹਨਾਂ ਨੇ ਜੋ ਇਕੱਠਾ ਕੀਤਾ ਸੀ ਕੈਂਸਰ ਦੇ ਜੋ ਮਰੀਜ਼ ਨੇ ਉਹਨਾਂ ਵਾਸਤੇ। ਤੁਹਾਨੂੰ ਇੱਕ ਦਿਖਾ ਦਈਏ, ਗੋਦੀ ਮੀਡੀਆ ਦੇ ਚਪੇਟ ਦਿਖਾ ਦਈਏ ਤੁਹਾਨੂੰ ਇੱਕ। ਇਹ ਵੈਬਸਾਈਟ ਹੈ, ਜਿੰਨਾ ਵੀ ਪੈਸਾ ਹਰਿੰਦਰ ਸਿੰਘ ਬੇਦੀ ਜੀ ਨੇ ਇਕੱਠਾ ਕੀਤਾ ਸੀ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਦਿਖਾਣ। ਇਹ ਸਾਈਕਲ ਯਾਤਰਾ ਇਹਨਾਂ ਨੇ ਕੀਤੀ ਸੀ, ਇਹ ਉਹਨਾਂ ਦੀ ਵੈਬਸਾਈਟ ਹੈ। ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਹਨਾਂ ਦੀ ਵੈਬਸਾਈਟ ਤੋਂ। ਇਹ ਪੈਸੇ ਜਿਵੇਂ ਇਕੱਠੇ ਹੋਏ ਨੇ ਉਹਨਾਂ ਦੀ ਲਿਸਟ ਹੈ। ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ 'ਚੋਂ ਬਰਕਤ ਕਦੀ ਜਾ ਨਹੀਂ ਸਕਦੀ। 20 ਰੁਪਏ ਲੰਗਰ ਲਗਾਇਆ, ਅੱਜ ਤੱਕ ਚੱਲਦਾ ਪਿਆ, ਨਾ ਕਦੇ ਬੰਦ ਹੋਣਾ। ਤੁਸੀਂ ਇਹ ਨਹੀਂ ਦੇਖਦੇ ਕਿ ਕੀ ਧਰਮ ਹੈ, ਕੀ ਜਾਤ ਹੈ। 1.5 ਕਰੋੜ ਰੁਪਈਆ ਇਕੱਠਾ ਕੀਤਾ ਹੈ। ਇਹ ਜਜ਼ਬਾ ਜਿਹੜਾ ਹੈਗਾ, ਇਹ ਜਜ਼ਬੇ ਤੁਹਾਨੂੰ ਸਲਾਮ ਹੈ ਸਾਡੇ ਵੱਲੋਂ। ਮੈਂ ਇਹ ਜਾਣਨਾ ਚਾਹੁੰਦਾ ਕਿ 1.5 ਕਰੋੜ ਰੁਪਈਆ ਇਕੱਠਾ ਕੀਤਾ ਤੁਸੀਂ ਕਿੱਥੇ ਕਿੱਥੇ ਲਗਾਇਆ ਕਿ ਤੁਸੀਂ ਵੀ ਕੋਈ ਧਰਮ ਜਾਤ ਦੇਖੀ ਹੈ? ਗੋਦੀ ਮੀਡੀਆ ਬਾਬਰ ਇਹੀ ਕਹਿ ਰਿਹਾ। ਮੈਂ ਨਾ ਜੀ ਇੱਕ ਮੇਰੇ ਨਾਲ ਹੋਇਆ ਸੀਗਾ ਹਾਦਸਾ ਕਿ ਦਸੰਬਰ 2019 ਨੂੰ ਮੈਂ ਕੈਂਸਰ ਪੇਸ਼ੈਂਟ ਦੇ ਡਾਕਟਰਾਂ ਦੇ ਨਾਲ ਸੀਗਾ ਉੱਥੇ। ਤੇ ਉੱਥੇ ਇੱਕ ਔਰਤ ਆਈ ਜਿਹਦੇ ਕੋਲ ਪੈਸੇ ਨਹੀਂ ਸੀਗੇ, ਤੇ ਉਹਦੇ ਪਰਿਵਾਰ ਨੇ ਕਿਹਾ ਜੀ ਇਹ ਮਰ ਜਾਵੇ ਤੇ ਅਸੀਂ ਕੁਝ ਨਹੀਂ ਕਰ ਸਕਦੇ। ਤੇ ਮੈਂ ਬੈਠੇ ਉੱਥੇ ਡਿਸਾਈਡ ਕੀਤਾ ਕਿ ਜੀ ਮੈਂ ਸਾਈਕਲ ਚਲਾਵਾਂਗਾ, ਤੇ ਮੈਂ ਸਾਈਕਲ ਚਲਾ ਕੇ ਕੈਂਸਰ ਦੇ ਪੇਸ਼ੈਂਟਸ ਲਈ ਪੈਸੇ ਇਕੱਠਾ ਕਰਾਂਗਾ। ਉਹ ਮੈਂ ਕੀਤਾ ਸੀਗਾ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਏਕਾ ਦੇ ਇੱਕ ਵਨਨੈਸ ਦੇ ਬੇਸਿਸ ਦੇ ਉੱਤੇ, ਤੇ ਉਹਦੇ ਕਾਰਨ ਮੈਂ ਸ਼ੁਰੂ ਕੀਤਾ। ਕੋਈ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਹੈ, ਉਹਦੇ ਵਿੱਚ ਕੋਈ ਮਜ਼ਹਬ, ਕੋਈ ਜਾਤ, ਕੋਈ ਗਰੀਬ ਅਮੀਰ ਦਾ ਨਹੀਂ ਹੈ। ਹਾਂ, ਗਰੀਬਾਂ ਦੇ ਲਈ ਜਾਂਦਾ ਹੈ ਸਿਰਫ। ਬਟ ਮੈਂ ਹਰ ਰੋਜ਼ 200 ਕਿਲੋਮੀਟਰ ਸਾਈਕਲ ਚਲਾਈ। 18 ਨਵੰਬਰ ਨੂੰ ਸ਼ੁਰੂ ਕੀਤਾ, ਜਿਸ ਦਿਨ ਮੈਂ 64 ਸਾਲ ਦਾ ਹੋਇਆ ਸੀਗਾ। ਮੈਂ ਜਵਾਨ ਨਹੀਂ ਹਾਂ, ਮੈਂ 64 ਸਾਲ ਦਾ ਹੈਗਾ। ਤੇ 1 ਦਸੰਬਰ ਨੂੰ ਖਤਮ ਕੀਤਾ। ਹਰ ਰੋਜ਼ ਮੈਂ 200 ਕਿਲੋਮੀਟਰ ਚਲਾਉਂਦਾ ਸੀਗਾ। ਦੂਜਾ ਜਿਹੜਾ ਮੈਂ ਕੀਤਾ ਸੀਗਾ ਕਿ ਮੈਂ ਜਦੋਂ ਉੱਥੇ ਪਹੁੰਚਿਆ ਜੈਸਲਮੇਰ, ਤੇ ਫੌਜ ਦੇ ਲਈ ਜਿਹੜੇ ਸਾਡੇ ਜਵਾਨ ਨੇ ਜਿਹੜੇ ਕਿ ਸ਼ਹੀਦ ਹੋ ਜਾਂਦੇ ਨੇ, ਉਹਨਾਂ ਲਈ ਫਿਰ ਮੈਂ ਲੌਂਗੇਵਾਲ ਗਿਆ ਸੀਗਾ। ਉੱਥੇ ਮੈਂ ਸ਼ਰਧਾਂਜਲੀ ਆਪਣੀ ਅਰਪਿਤ ਕੀਤੀ। ਫਿਰ ਅਸੀਂ ਜੈਸਲਮੇਰ ਦੇ ਅੰਦਰ, ਜੋਧਪੁਰ ਦੇ ਅੰਦਰ ਤੇ ਬਾਰਮੇਰ ਦੇ ਅੰਦਰ ਜਿੰਨੇ ਗਰੀਬ ਤਬਕਾ ਹੈਗਾ, ਟਰਾਈਬਲਸ ਜਿਹੜੇ ਨੇ, ਉਹਨਾਂ ਲਈ ਅਸੀਂ ਕੈਂਸਰ ਦਾ ਕੈਂਪ ਲਗਾਇਆ। ਉਸ ਕੈਂਪ ਦੇ ਅੰਦਰ ਚੰਗੀ ਜਿਹੜੀ ਚੀਜ਼ ਸੀਗੀ, ਪਹਿਲੀ ਜਿਹੜੀ ਬੜਾ ਖੁਸ਼ੀ ਜਿਹੜੀ ਮਿਲੀ ਕਿ 11 ਸਾਲ ਦਾ ਬੱਚਾ ਸੀਗਾ ਜਿਹਨੂੰ ਕਿ ਬਲੱਡ ਕੈਂਸਰ ਸੀਗਾ। ਉਹਦਾ ਨਾਮ ਜੋਗਾ ਰਾਮ ਹੈ। ਉਹਦੀ ਵੀ ਡਿਟੇਲ ਤੁਸੀਂ ਦੇਖੋਗੇ ਤੇ ਵੈਬਸਾਈਟ ਦੇ ਉੱਤੇ ਹੈਗੀ ਹੈ, ਜਾਂ ਮੇਰੇ ਗ੍ਰੇਟ ਫॉर ਲਾਈਫ ਦਾ ਜਿਹੜਾ ਇੰਸਟਾਗ੍ਰਾਮ ਅਕਾਊਂਟ ਹੈ। ਉਹ 11 ਸਾਲ ਦਾ ਬੱਚਾ ਸੀਗਾ ਜਿਹਦੀ ਕਿ ਅੱਖਾਂ ਵੀ ਚਲੀ ਗਈਆਂ ਬਿਕੋਜ਼ ਉਹਦਾ ਬਲੱਡ ਕਲੌਟ ਹੋ ਗਿਆ ਸੀਗਾ। ਤੇ ਉੱਥੇ ਹੀ ਡਾਕਟਰਾਂ ਨੇ ਵੇਖਿਆ, ਅਸੀਂ ਉੱਥੇ ਹੀ ਅਨਾਊਂਸ ਕਰਤਾ ਕਿ ਉਹਦੀ ਸਾਰੀ ਪੇਮੈਂਟ ਜਿਹੜੀ ਹੈ ਕੋਈ 4.5 ਲੱਖ ਰੁਪਇਆ ਉਹ ਕੈਂਸਰ ਫਾਊਂਡੇਸ਼ਨ ਦੇਵੇਗੀ। ਇਹ ਜਿਹੜਾ ਸਾਰਾ ਪੈਸਾ ਗਿਆ ਹੈ ਇਹ ਕੈਂਸਰ ਫਾਊਂਡੇਸ਼ਨ ਦੇ ਕੋਲ ਹੈਗਾ, ਔਰ ਕੈਂਸਰ ਫਾਊਂਡੇਸ਼ਨ ਫਿਰ ਇਸਤੇਮਾਲ ਕਰਦੀ ਹੈਗੀ ਹੈ ਜਿਹੜੇ ਕਿ ਗਰੀਬ ਤਬਕੇ ਦੇ ਹੈਗੇ ਨੇ, ਜਿਨ੍ਹਾਂ ਨੂੰ ਕੈਂਸਰ ਹੋ ਜਾਂਦਾ ਹੈ, ਉਹਨਾਂ ਲਈ ਕਰਦੇ ਨੇ। ਤੇ ਇਹਦੇ ਵਿੱਚ ਕੋਈ ਭੇਦਭਾਵ ਨਹੀਂ ਹੈ, ਇਹਦੇ ਵਿੱਚ ਕੁਝ ਨਹੀਂ ਹੈਗਾ ਕਿ ਕੋਈ ਜ਼ਾਤ, ਕੋਈ ਵੀ ਗਰੀਬ ਤਬਕੇ ਦਾ ਕੋਈ ਵੀ ਇਨਸਾਨ, ਉਹਨੂੰ ਅਸੀਂ ਕੈਂਸਰ ਫਾਊਂਡੇਸ਼ਨ ਵਾਲੇ ਕਰਨਗੇ। ਮੈਂ ਤੇ
ਮੈਂ ਤੇ ਗਧਾ ਸੀਗਾ ਜਿਹੜਾ ਸਾਈਕਲ ਚਲਾ ਰਿਹਾ ਸੀਗਾ, ਬਟ ਉਹ ਕੈਂਸਰ ਫਾਊਂਡੇਸ਼ਨ ਵਾਲੀ ਪੂਰੀ ਟੀਮ ਹੈਗੀ ਹੈ, ਡਾਕਟਰ ਹੈਗੇ ਨੇ 9 ਕੁ ਡਾਕਟਰ ਉੱਥੇ ਆਏ ਸੀਗੇ ਜੈਸਲਮੇਰ ਤੇ ਬਾਰਮੇੜ, ਜਿਨ੍ਹਾਂ ਨੇ ਇਹ ਕੈਂਪ ਚਲਾਇਆ। ਹੁਣ ਉਹ ਵੰਡਦੇ ਪਏ ਨੇ, ਦੇਖਦੇ ਪਏ ਨੇ ਕਿਹੜੇ ਪੇਸ਼ੈਂਟ ਨੂੰ ਅਸੀਂ ਸੁਵਿਧਾ ਦੇ ਸਕਨੇ ਆ। ਭਾਜੀ ਮੈਂ ਜੀ ਪਹਿਲਾਂ ਜ਼ਿਕਰ ਕੀਤਾ ਕਿ ਸਾਰੇ ਇੱਥੇ ਧਰਨੇ ਦੇ ਮੌਜੂਦ ਹੈਗੇ ਨੇ, ਪਹਿਲਾਂ ਇਹ ਦੱਸੋ ਕਿ ਧਰਨਾ ਜੋ ਲੱਗਿਆ ਹੋਇਆ ਇਸ ਸਮੇਂ ਤੁਸੀਂ ਕਿਸ ਤਰੀਕੇ ਨਾਲ ਇੱਥੇ ਸੇਵਾ ਆਪਦੀ ਕਰ ਰਹੇ ਹੋ? ਕਿਉਂਕਿ ਆਪਾਂ ਦੇਖਦੇ ਹਾਂ ਕਿ ਅਲੱਗ-ਅਲੱਗ ਦਿੱਲੀ ਤੋਂ ਵੀ ਆਦੇ ਹੋ, ਤੁਸੀਂ ਵੀ ਦਿੱਲੀ ਵਿੱਚ ਰਹਿੰਦੇ ਹੋ, ਕਿਸ ਤਰੀਕੇ ਨਾਲ ਸੇਵਾ ਇੱਥੇ ਆਪਦੀ ਪਾ ਰਹੇ ਹੋ? ਮੈਂ ਤਾਂ ਇੱਥੇ ਅਸੀਂ ਤੇ ਇਨਸਾਨੀਅਤ ਵਾਸਤੇ ਆਏ ਹਾਂ। ਅਸੀਂ ਕੋਈ ਇਹ ਨਹੀਂ ਦੇਖ ਰਹੇ ਕਿ ਜੀ ਸਿੱਖ ਹੈ ਕਿ ਮੁਸਲਮਾਨ ਹੈ ਜਾਂ ਹਿੰਦੂ ਹੈ। ਤੇ ਅਸੀਂ ਜਿਹੜਾ ਪਹਿਲੇ ਸਮਾਨ ਲੈ ਕੇ ਆਏ ਸੀਗੇ, ਅਸੀਂ ਜਦੋਂ ਕੋਵਿਡ ਹੋਇਆ ਸੀਗਾ, ਸਾਡੀ ਬੇਦੀ ਫਾਊਂਡੇਸ਼ਨ ਨੇ ਪੂਰੇ ਕੋਵਿਡ ਦੇ ਪੀਰੀਅਡ ਵਿੱਚ ਅਸੀਂ ਖਾਣਾ ਵੰਡਿਆ ਲੋਕਾਂ ਨੂੰ, ਗਰੀਬ ਤਬਕੇ ਨੂੰ, ਲੇਬਰਰ ਨੂੰ, ਜਿਹਦੇ ਵਿੱਚ ਕਿ ਇੱਥੇ ਤੇ ਜ਼ਿਆਦਾ ਇਹ ਨਹੀਂ ਕਿ ਸਿੱਖ ਸੀਗੇ, ਸਾਰੇ ਹਿੰਦੂ ਮੁਸਲਮਾਨ ਜੋ ਵੀ ਸੀਗਾ, ਅਸੀਂ ਕਈ ਕਾਲੋਨੀਆਂ ਵਿੱਚ ਜਾ ਕੇ ਵੰਡਿਆ। ਉਹੀ ਅਸੀਂ ਕਰਦੇ ਪਏ ਹਾਂ। ਇੱਥੇ ਵੀ ਅਸੀਂ ਕੋਈ ਇਹ ਨਹੀਂ ਦੇਖ ਕੇ ਆਏ ਕਿ ਜੀ ਇੱਥੇ ਸਰਦਾਰ ਬੈਠੇ ਨੇ ਕਿ ਕੌਣ ਨੇ। ਮੈਨੂੰ ਤਾਂ ਕਿਸੇ ਨੇ ਕਿਹਾ ਕਿ ਵੀ ਜੀ ਪਹਿਲੇ ਤੁਸੀਂ ਉੱਥੇ ਚਲੇ ਜਾਓ, ਕੀ ਕਹਿੰਦੇ ਨੇ ਜਿਹੜਾ ਬਾਰਡਰ ਦੂਜਾ ਹੈਗਾ ਗਾਜ਼ੀਪੁਰ ਦੇ ਕੋਲ, ਅਸੀਂ ਉੱਥੇ ਵੀ ਚਲੇ ਗਏ। ਫਿਰ ਕਿਹਾ ਕਿ ਜੀ ਲੋੜ ਹੈਗੀ ਹੈ ਟਿਕਰੀ ਬਾਰਡਰ, ਅਸੀਂ ਉੱਥੇ ਚਲੇ ਗਏ। ਹੁਣ ਅਸੀਂ ਜੇ ਸਿੱਖ ਨਾਲ ਹੁਣ ਮੈਂ ਕੱਲ ਪਰਸੋਂ ਵੀ ਦੇਖ ਰਿਹਾ ਸੀ, ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਜਦੋਂ ਇੱਥੇ ਕਿਸਾਨ ਆਏ ਸੀ ਧਰਨਾ ਦੇਣ ਵਾਸਤੇ, ਉਦੋਂ ਵੀ ਮੀਡੀਆ ਇਹਨੇ ਬੜਾ ਕੁਝ ਬੋਲਿਆ। ਕੱਲ ਪਰਸੋਂ ਫਿਰ ਬੋਲਦੇ ਸੀ, ਮੈਂ ਖੁਦ ਦੇਖ ਰਿਹਾ ਸੀ ਇੱਕ ਟੀਵੀ ਚੈਨਲ ਦੇ ਉੱਤੇ, ਜਿਸ ਗੱਲ ਹੁਣ ਵੀ ਕਹਿਣ ਲੱਗੇ ਹੋਏ ਨੇ ਕਿ ਇਹਨਾਂ ਨੂੰ ਫੰਡਿੰਗ ਕੌਣ ਕਰ ਰਿਹਾ ਹੈ। ਬਾਰ-ਬਾਰ ਇਹ ਚੀਜ਼ ਕਹੀ ਜਾ ਰਹੀ ਹੈ ਕਿ ਬਾਹਰੋਂ ਫੰਡਿੰਗ ਹੁੰਦੀ ਵੀ ਹੈ, ਆਤੰਕਵਾਦੀ ਵੀ ਕਹੀ ਜਾਂਦੇ ਨੇ। ਜੋ ਤੁਸੀਂ ਕੰਮ ਕਰ ਰਹੇ ਹੋ, ਕਦੀ ਇਹ ਮੀਡੀਆ ਨੇ ਚੱਕਿਆ, ਤੁਹਾਡੀਆਂ ਗੱਲਾਂ ਰੱਖੀਆਂ ਨੇ ਮੀਡੀਆ ਨੇ ਅੱਗੇ? ਨਹੀਂ, ਮੈਂ ਤੇ ਪਹਿਲੀ ਦੂਜੀ ਤੀਜੀ ਵਾਰੀ ਇੱਥੇ ਆਇਆ ਵਾਂ। ਮੈਂ ਤੇ ਕੋਈ 4 ਦਿਨ ਪਹਿਲੇ ਆਏ ਸੀ, ਜਦੋਂ ਅਸੀਂ ਕੰਬਲ ਤੇ ਬਾਕੀ ਕੱਪੜੇ ਦੇ ਕੇ ਗਏ ਸੀਗੇ। ਫਿਰ ਸਾਨੂੰ ਪਤਾ ਚੱਲਿਆ ਕਿ ਜੀ ਇੱਥੇ ਜਰਸੀਆਂ ਚਾਹੀਦੀਆਂ ਨੇ ਤੇ ਪਜਾਮੇ ਚਾਹੀਦੇ ਨੇ, ਤੇ ਅੱਜ ਮੈਂ ਉਹ ਲੈ ਕੇ ਆਇਆ, ਕਛੇਰੇ ਲੈ ਕੇ ਆਏ ਹਾਂ ਅਸੀਂ। ਤੇ ਨਾ ਤੇ ਸਾਨੂੰ ਕਿਸੇ ਨੇ ਪੁੱਛਿਆ, ਨਾ ਸਾਨੂੰ ਅਸੀਂ ਕਿਸੇ ਨੂੰ ਦੱਸਿਆ। ਤੇ ਮੈਂ ਵੀ ਨਹੀਂ ਕਹਿ ਸਕਦਾ ਕਿ ਜੀ ਕਿੱਥੋਂ ਆ ਰਿਹਾ, ਕਿਉਂਕਿ ਜਿਹੜੇ ਆ ਰਹੇ ਨੇ ਮੈਨੂੰ ਤਾਂ ਇਹੀ ਨਜ਼ਰ ਆਉਂਦਾ ਕਿ ਜੀ ਇੱਥੇ ਤੇ ਸਾਰੇ ਹਰ ਕੋਈ ਆਂਦਾ ਪਿਆ। ਮੈਂ ਇਹਨਾਂ ਨੂੰ ਦਿਖਾ ਰਿਹਾ ਸੀ, ਮੇਰੇ ਜਿਹੜੇ ਬੰਦੇ ਨਾਲ ਆਏ ਨੇ, ਕਿ ਉੱਥੇ ਲਾਈਨ ਲੱਗੀ ਹੋਈ ਹੈ। ਸਿਰਫ ਮਤਲਬ ਕੋਈ 500 ਰੁਪਇਆ ਦੇ ਰਿਹਾ ਹੈ, ਕੋਈ 100 ਦੇ ਰਿਹਾ ਹੈ, ਕੋਈ 1100 ਦੇ ਰਿਹਾ ਹੈ, ਤੇ ਕੋਈ 5000 ਦੇ ਰਿਹਾ ਹੈ। ਤੇ ਮੈਨੂੰ ਨਹੀਂ ਪਤਾ ਕਿ ਜੀ ਓਵਰਆਲ ਕਿਸ ਤਰ੍ਹਾਂ ਕੋਈ ਮੀਡੀਆ ਕਹਿ ਰਿਹਾ ਕਿ ਜੀ ਬਾਹਰੋਂ ਆ ਰਿਹਾ ਜਾਂ ਕਿੱਥੋਂ ਆ ਰਿਹਾ, ਪਰ ਜੋ ਵੀ ਆ ਰਿਹਾ, ਜਿੱਥੋਂ ਵੀ ਆ ਰਿਹਾ, ਉਹ ਆਪਣੀ ਸ਼ਰਧਾ ਦੇ ਨਾਲ ਭੇਜ ਰਿਹਾ। ਹੁਣ ਨਾ ਨਹੀਂ ਭੇਜ ਰਿਹਾ ਕਿ ਜੀ ਕਿ ਮੈਂ ਕੋਈ ਮੈਨੂੰ ਕੋਈ ਆਬਲੀਗੇਸ਼ਨ ਹੈ ਜਾਂ ਕੋਈ ਇਸ ਤਰ੍ਹਾਂ ਨਹੀਂ ਭੇਜ ਰਿਹਾ, ਜਾਂ ਮੈਂ ਨਹੀਂ ਆਇਆ ਇੱਥੇ ਕਿ ਜੀ ਇੱਥੇ ਸਰਦਾਰ ਨੇ ਜ਼ਿਆਦਾ ਤੇ ਸਰਦਾਰਾਂ ਨੂੰ ਦੇਣਾ ਹੈ। ਅਸੀਂ ਤੇ ਇਹਦੇ ਲਈ ਨਹੀਂ ਆਏ, ਅਸੀਂ ਤੇ ਸਿਰਫ ਆਏ ਹਾਂ ਕਿ ਇਨਸਾਨੀਅਤ ਦੇ ਨਾਤੇ ਕਿ ਠੰਡ ਹੈਗੀ ਹੈ, ਲੋਕੀ ਇੱਥੇ ਕਰਦੇ ਪਏ ਨੇ, ਇਹਨਾਂ ਦਾ ਕੋਈ ਐਜੀਟੇਸ਼ਨ ਜਿਹੜੀ ਹੈਗੀ ਹੈ ਉਹ ਸੋਲਵ ਹੋ ਜਾਣੀ ਚਾਹੀਦੀ ਹੈ। ਅਸੀਂ ਤੇ ਸਿਰਫ ਹੈਲਪ ਕਰਨ ਆਏ ਹਾਂ। ਜੀ ਤੁਸੀਂ ਪੈਸੇ ਇਕੱਠੇ ਕੀਤੇ ਨੇ, ਹੁਣ ਗੋਦੀ ਮੀਡੀਆ ਨੂੰ ਤੁਸੀਂ ਕੈਮਰੇ ਅੱਗੇ ਵੀ ਦੱਸੋ ਵੀ ਇਕੱਠੇ ਕਿਵੇਂ ਕੀਤੇ ਨੇ, ਉਹ ਕਿਵੇਂ ਲਗਾਏ ਨੇ, ਕਿਉਂਕਿ ਬੜੇ ਸਵਾਲ ਉੱਠਦੇ ਨੇ। ਤੁਸੀਂ ਹੈਗੇ ਹੋ, ਤੁਸੀਂ ਹੈਲਪ ਕਰ ਰਹੇ ਹੋ, ਧਰਨੇ ਵਿੱਚ ਲੋਕੀ ਆ ਕੇ ਜਿਵੇਂ ਕਿ ਸਟੇਜ ਉੱਤੇ ਕੋਈ 500 ਕੋਈ 100 ਰੁਪਇਆ, ਜਿੰਨੀ ਜਿਹਦੀ ਸ਼ਰਧਾ ਹੈਗੀ ਉਹ ਦੇ ਜਾਂਦਾ ਕਿ ਮੇਰਾ ਯੋਗਦਾਨ ਹੋ ਇਸ ਵਿੱਚ ਆ ਗਿਆ। ਤੁਸੀਂ ਪੈਸੇ ਇਕੱਠੇ ਕਿਵੇਂ ਕੀਤੇ, ਕਿਵੇਂ ਲਗਾਇਆ? ਇਹ ਗੋਦੀ ਮੀਡੀਆ ਨੂੰ ਦੱਸੋ ਗੱਲਾਂ, ਇਹ ਦੱਸੋ, ਉਹਨਾਂ ਨੂੰ ਵੀ ਸਮਝਾਓ, ਉਹਨਾਂ ਨੂੰ ਵੀ ਅਸੀਂ ਇੱਥੇ ਪੈਸੇ ਇਕੱਠੇ ਕੀਤੇ ਨੇ, ਇਦਾਂ ਲਗਾਏ ਨੇ। ਨਹੀਂ, ਸਾਡਾ ਤੇ ਪਰਿਵਾਰ ਹੈਗਾ, ਜਿਸ ਤਰ੍ਹਾਂ ਅਸੀਂ ਸਾਡੀ ਬੇਦੀ ਫਾਊਂਡੇਸ਼ਨ ਹੈ, ਅਸੀਂ ਕਿਲੇ ਵਾਲੇ ਬੇਦੀ ਕੇ ਲਾਉਂਦੇ ਹਾਂ ਡੇਰਾ ਬਾਬਾ ਨਾਨਕ ਤੋਂ, ਤੇ ਸਾਡੀ ਆਪਣੀ ਫੈਮਿਲੀ ਹੈਗੀ ਹੈ। ਉਸ ਫੈਮਿਲੀ ਦੇ ਨੇ ਕਿਸੇ ਨੇ 5000 ਰੁਪਏ ਦਿੱਤੇ, ਕਿਸੇ ਨੇ 10000 ਰੁਪਏ ਦਿੱਤਾ, ਉਹਨਾਂ ਨੇ ਬਸ ਭੇਜਿਆ ਹੈ, ਅਸੀਂ ਉਹਦੇ ਤੋਂ ਹੀ ਖਰੀਦ ਕੇ ਦੇ ਰਹੇ ਹਾਂ। ਕੋਈ ਸਾਡਾ ਬਾਹਰੋਂ ਨਹੀਂ ਆ ਰਿਹਾ, ਕੋਈ ਸਾਡੀ ਕੋਈ ਫੰਡਿੰਗ ਨਹੀਂ ਹੋ ਰਹੀ। ਇਹ ਸਾਡੇ ਪਰਿਵਾਰ ਦੇ ਹੀ ਲੋਕੀ ਨੇ, ਮੇਰੇ ਪੁੱਤਰ, ਮੇਰੇ ਬੱਚੇ, ਜਾਂ ਮੇਰੇ ਭਣੇਵੇਂ ਭਤੀਜੀਆਂ, ਜਾਂ ਮੇਰੇ ਕਜ਼ਨਸ ਜਿੰਨੇ ਨੇ, ਉਹਨਾਂ ਦਾ ਹੀ ਹੈਗਾ ਸਾਰਾ। ਹੁਣ ਸਿਰਫ ਇਹਦੇ ਲਈ ਇੱਥੇ ਲਈ ਨਹੀਂ, ਅਸੀਂ ਤੇ ਕਈ ਹੋਰ ਵੀ ਬੜੇ ਕੰਮ ਕੀਤੇ ਹੋਏ ਨੇ। ਅਸੀਂ ਇੱਕ ਸਕੂਲ ਚਲਾ ਰਹੇ ਹਾਂ ਜਿਹੜੇ ਕਿ ਬੀਬੀਆਂ ਦਾ ਹੈਗਾ, ਬੱਚਿਆਂ ਦਾ, ਡੇਰਾ ਬਾਬਾ ਨਾਨਕ। ਉੱਥੇ ਅਸੀਂ ਸਕਾਲਰਸ਼ਿਪ ਦਿੰਦੇ ਹਾਂ ਜਿਹੜੇ ਕਿ ਗਰੀਬ ਤਬਕੇ ਦੇ। ਕੋਈ ਅਸੀਂ ਕਿੰਨੇ ਸਮੇਂ ਤੋਂ ਤੁਸੀਂ ਚਲਾ ਰਹੇ ਹੋ? ਮੇਰੇ ਖਿਆਲ ਨਾਲ ਹੋ ਗਏ ਕੋਈ 10-15 ਸਾਲ, 15 ਕੁ ਸਾਲ ਹੋ ਗਏ, ਕਿਉਂਕਿ ਮੇਰੇ ਪਿਤਾ ਜੀ ਨੇ ਸ਼ੁਰੂ ਕਰਵਾਇਆ ਸੀਗਾ। ਹੁਣ ਤੇ ਉਹਨਾਂ ਦੀ ਡੈਥ ਹੋਏ ਵੀ ਕਾਫੀ ਦੇਰ ਹੋ ਗਈ ਹੈ, 8 ਸਾਲ ਤੇ ਉਹਨਾਂ ਨੂੰ ਹੀ ਹੋ ਗਏ ਨੇ, ਤੇ ਉਹਨਾਂ ਨੇ ਸ਼ੁਰੂ ਕਰਾਇਆ ਸੀਗਾ। 15ਵੀਂ ਪੀੜ੍ਹੀ ਤੁਹਾਡੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ? ਜੀ, ਮੈਂ 15ਵੀਂ ਪੀੜ੍ਹੀ ਦੇ ਵਿੱਚ ਕਹਿਲਾਨਾ ਵਾਂ। ਜੇ ਸਿੱਖ ਨਾਲ ਮੈਂ ਹੁਣ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਸਟੇਜ ਤੋਂ ਕੋਈ ਵੀ ਆ ਕੇ ਵਿਅਕਤੀ, ਕਿਸੇ ਦਾ 100 ਰੁਪਏ, ਕੋਈ 50 ਰੁਪਏ, ਮੈਂ ਦੇਖ ਰਿਹਾ ਸੀ ਇੱਥੇ ਵੀ ਆ ਕੇ ਵਿਅਕਤੀ ਯੋਗਦਾਨ ਪਾ ਰਿਹਾ ਵੀ ਧਰਨਾ ਲੱਗਿਆ, ਚਲੋ ਅੱਗੇ ਜਾ ਕੇ ਸਹਿਯੋਗ ਮਿਲੇਗਾ, ਕਿਸਾਨਾਂ ਨੂੰ ਜੋ ਚੀਜ਼ ਦੀ ਲੋੜ ਹੈਗੀ ਆ ਉਹ ਦਿੱਤੀਆਂ ਜਾਣਗੀਆਂ। ਵੈਬਸਾਈਟ 'ਤੇ ਤੁਸੀਂ ਅੰਕੜਾ ਪਾਇਆ ਹੋਇਆ ਹੈ, ਕੌਣ ਕਿੰਨੇ ਪੈਸੇ ਦਿੰਦਾ, ਕਿੱਥੇ ਪੈਸਾ ਲੱਗਦਾ, ਇੱਕ ਰੁਪਏ ਹਿਸਾਬ ਹੈਗਾ? ਜਿਹੜਾ ਤੁਸੀਂ ਕਿਹੜੀ ਵਾਲੀ ਦੀ ਗੱਲ ਕਰ, ਇੱਕ ਤੇ ਬੇਦੀ ਫਾਊਂਡੇਸ਼ਨ ਦਾ, ਉਹ ਦੂਸਰੀ ਜਿਹੜੀ ਤੁਹਾਨੂੰ ਵੈਬਸਾਈਟ ਦਿਖਾ ਲਾਈਫ, ਜਿਹੜਾ ਗ੍ਰਿਡ ਫॉर ਲਾਈਫ, ਉੱਥੇ ਤੇ ਪੂਰਾ ਪੈਸਾ ਆਂਦਾ ਹੈ। ਫਿਰ ਇੱਕ ਬ੍ਰੈਸਟ ਕੈਂਸਰ ਫਾਊਂਡੇਸ਼ਨ ਹੈਗੀ ਹੈ,
ਬ੍ਰੈਸਟ ਕੈਂਸਰ ਪੇਸ਼ੈਂਟਸ ਬੈਨੀਫਿਟ ਫਾਊਂਡੇਸ਼ਨ। ਉਹਦੇ ਉੱਤੇ ਜਿੰਨਾ ਉਹਨਾਂ ਨੇ ਕਿਹੜੇ ਪੇਸ਼ੈਂਟ ਨੂੰ ਦਿੱਤਾ, ਕਿਹੜੀ ਉਹਦੀਆਂ ਫੋਟੋਆਂ ਨੇ, ਸਭ ਦੀ ਲੱਗੀਆਂ। ਅੱਜ ਤੋਂ ਨਹੀਂ, ਪਿਛਲੇ 15 ਸਾਲ ਤੋਂ ਚੱਲ ਰਹੀ ਹੈ, ਕੋਈ ਨਵੀਂ ਫਾਊਂਡੇਸ਼ਨ ਨਹੀਂ। ਇੱਕ ਰੁਪਏ ਹਿਸਾਬ ਦਿੱਤਾ ਹੈ ਵੈਬਸਾਈਟ। ਹਾਂ, ਉਹ ਤੇ ਹਿਸਾਬ ਦੇਣਾ ਹੀ ਪੈਂਦਾ ਹੈ, ਗਵਰਨਮੈਂਟ ਨੂੰ ਦੇਣਾ ਪੈਂਦਾ ਹੈ, ਕਿਉਂਕਿ ATC ਉਹਦੀ ਜਿਹੜੀ ਉਹਨਾਂ ਦੀ ਡਿਡਕਸ਼ਨ ਹੈ ਉਹ ਤੇ ਹੈ ਹੀ ਹੈ। ਬਟ ਉਹ ਤੇ ਕੈਂਸਰ ਫਾਊਂਡੇਸ਼ਨ ਹੈਗੀ ਹੈ ਨਾ, ਉਹਦਾ ਤੇ ਕੋਈ ਐਸ ਐਜੀਟੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ। ਬਟ ਮੈਂ ਤੇ ਸਿਰਫ ਦੱਸਦਾ ਕਿ ਜੀ ਕਈ ਕੰਮ ਕਰਦੇ ਪਏ ਨੇ, ਕਈ ਲੋਕੀ ਦਿੰਦੇ ਪਏ ਨੇ। ਹੁਣ ਜਿਹੜੇ ਇੱਥੇ ਮੈਂ ਤੇ ਦੂਜੀ ਗੱਲ ਇਹ ਕਹਿ ਸਕਦਾ ਵਾਂ ਕਿ ਅਸੀਂ ਜਦੋਂ 4 ਦਿਨ ਪਹਿਲੇ ਆਏ ਸੀਗੇ ਤੇ ਅਸੀਂ ਕੰਬਲ ਵਗੈਰਾ ਲੈ ਕੇ ਆਏ, ਸਾਨੂੰ ਇੱਥੇ ਕਿਹਾ ਗਿਆ ਕਿ ਨਹੀਂ ਜੀ ਸਾਨੂੰ ਨਹੀਂ ਚਾਹੀਦੇ, ਸਾਨੂੰ ਵਾਪਸ ਕਰ ਦਿੱਤੇ ਗਏ ਕਿ ਜੀ ਸਾਨੂੰ ਨਹੀਂ ਚਾਹੀਦੇ, ਤੁਸੀਂ ਇੱਥੇ ਚਲੇ ਜਾਓ, ਉਹਨਾਂ ਨੂੰ ਲੋੜ ਹੈਗੀ ਹੈ। ਕਿੱਥੇ? ਅਸੀਂ ਇੱਥੇ ਹੀ ਲੈ ਕੇ ਆਏ ਸੀਗੇ, ਸਿੰਘੂ ਬਾਰਡਰ ਤੇ ਮੈਂ ਲੈ ਕੇ ਆਇਆ ਸੀਗਾ। ਤੇ ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਅਸੀਂ ਸਾਰਾ ਸਮਾਨ ਕਾਰ ਵਿੱਚ ਪਾ ਕੇ ਫਿਰ ਦੂਜੀ ਜਗ੍ਹਾ ਤੇ ਗਏ, ਫਿਰ ਟਿਕਰੀ ਗਏ। ਟਿਕਰੀ ਦੇ ਕੇ ਆਏ ਹੋ? ਇਹਨਾਂ ਨੇ ਮਨਾ ਕਰਤਾ ਸੀ ਸਾਡੇ ਕੋਲ। ਇਹਨਾਂ ਨੇ ਕਿਹਾ ਸਾਨੂੰ ਨਹੀਂ ਚਾਹੀਦਾ, ਸਾਡੇ ਕੋਲ ਹੈਗਾ ਹੈ ਸਾਰਾ ਸਮਾਨ। ਇਹ ਬਾਬੇ ਨਾਨਕ ਦੀ ਬਰਕਤ ਜੋ ਜਿਹੜੀ ਹੈ, ਮੁੱਕਿਆ ਨਹੀਂ ਕਿਹਾ ਕਿ ਜੀ ਤੁਸੀਂ ਛੱਡ ਜਾਓ ਜਾਂ ਇਸਤੇਮਾਲ ਕਰਨਾ ਹੈ, ਇਹ ਨਹੀਂ ਸੀਗਾ। ਉਹਨਾਂ ਨੇ ਕਿਹਾ ਇੱਥੇ ਨਹੀਂ ਚਾਹੀਦਾ ਸਾਨੂੰ, ਤੁਸੀਂ ਲੈ ਜਾਓ ਵਾਪਸ। ਫਿਰ ਅਸੀਂ ਦੂਜੀ ਜਗ੍ਹਾ ਗਏ, ਉਹਨਾਂ ਨੇ ਕਿਹਾ ਜੀ ਸਾਨੂੰ ਇਹ ਚਾਹੀਦਾ। ਫਿਰ ਸਾਨੂੰ ਦੱਸਿਆ ਕਿ ਜੀ ਸਾਨੂੰ ਇਹ ਚੀਜ਼ਾਂ ਨੇ, ਬਜ਼ੁਰਗਾਂ ਨੂੰ ਪਜਾਮੇ ਚਾਹੀਦੇ ਨੇ, ਗਰਮ ਪਜਾਮੇ ਚਾਹੀਦੇ ਨੇ, ਤੇ ਅੱਜ ਅਸੀਂ ਉਹ ਲੈ ਕੇ ਆਏ ਹਾਂ। ਮੈਂ ਦੇਖ ਰਿਹਾ ਸੀ ਖੋਜੀ ਦੀ ਵੀ ਬੜੀ ਚਰਚਾ ਚੱਲਦੀ ਪਈ ਸੀ, ਜਿਵੇਂ ਗੋਦੀ ਮੀਡੀਆ ਇੱਕ ਸੰਸਥਾ ਨੂੰ ਲੈ ਕੇ ਉਹਦੀ ਬਦਨਾਮੀ ਕਰ ਰਿਹਾ ਕਿ ਆਹ ਦੇਖੋ ਜੀ ਇਹ ਇੰਟਰਨੈਸ਼ਨਲ ਕੋਰਟ ਵਿੱਚ ਮਾਮਲਾ ਚੱਲਦਾ ਪਿਆ, ਮੈਂ ਨਾਮ ਨਹੀਂ ਲੈਣਾ, ਆਹ ਦੇਖੋ ਜੀ ਇਹਨਾਂ ਦਾ ਆਤੰਕਵਾਦੀ ਨਾਲ ਸੰਬੰਧ ਹੈਗੇ ਨੇ। ਇੱਕੋ ਲਾਈਨ ਤੇ ਤੁਰੇ ਹੋਇਆ, ਪਰ ਜਿਵੇਂ ਤੁਸੀਂ ਆਏ ਹੋ ਬਾਕੀ ਲੋਕ ਨਹੀਂ ਦਿਖਦੇ ਜਿਹੜੇ ਇੱਥੇ ਦੇਖਦੇ ਨੇ, ਸਿਰਫ ਇੱਕੋ ਲੈ ਕੇ ਸੰਸਥਾ ਨੂੰ ਬਦਨਾਮ ਕੀਤਾ ਜਾ ਰਿਹਾ। ਮੈਂ ਤਾਂ ਇਹੀ ਕਹਾਂਗਾ ਜਿਹੜੇ ਸਾਡੇ ਇੱਥੇ ਦੇ ਆਗੂ ਨੇ, ਇਹ ਉਹਨਾਂ ਨੂੰ ਬੁਲਾਉਣ, ਇੱਕ ਓਪਨ ਡਿਬੇਟ ਕਰ ਲੈਣ। ਭੱਜਦੇ ਨੇ, ਨਹੀਂ ਕਰਦੇ ਡਿਬੇਟ ਨਹੀਂ, ਬਟ ਫਿਰ ਨਹੀਂ, ਕਈ ਇਸ ਤਰ੍ਹਾਂ ਹੈ ਨਾ, ਕਈ ਸਾਰੇ ਤੇ ਭੱਜਣਗੇ, ਜਿਹੜਾ ਹੈਗਾ ਉਹ ਤੇ ਨਹੀਂ ਭੱਜੇਗਾ। ਬਟ ਇਸ ਤਰ੍ਹਾਂ ਦੇ ਬੜੀ ਚੰਗੀ ਇੰਟੈਲੀਜੈਂਸੀਆ ਵੀ ਹੋਰ ਵੀ ਹੈਗੀ ਹੈ, ਜਿਹੜੇ ਕਿ ਦਿੱਲੀ ਦੇ ਅੰਦਰ ਤੇ ਸਾਰੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਬੁਲਾਉਣ, ਉਹਨਾਂ ਦੇ ਸਾਹਮਣੇ ਜਿਸ ਤਰ੍ਹਾਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਕਿ ਤੁਸੀਂ ਕੁਐਸਚਨ ਆਨਸਰ ਕਰੋ, ਇਹਨਾਂ ਨੇ ਆਪਣਾ ਬਣਾਇਆ ਸੀਗਾ, ਇਹਨਾਂ ਦੇ IT ਸੈੱਲ ਨੇ, ਉਸ ਤਰ੍ਹਾਂ ਦੇ ਅੰਦਰ ਇੱਕ ਤਾਂ ਹੈਗਾ ਸੀ ਕੋਈ ਵੀ ਆ ਕੇ ਪੁੱਛ ਸਕਦਾ ਹੈ। ਇਹ ਬੁਲਾ ਲੈਣ ਇੰਟੈਲੀਜੈਂਸੀਆ ਨੂੰ, ਇੱਥੇ ਦਿਖਾ ਦੇਣ ਉਹਨਾਂ ਨੂੰ ਕਿ ਜੀ ਕੀ ਹੋ ਰਿਹਾ ਹੈ। ਮੈਨੂੰ ਤਾਂ ਕੁਝ ਨਜ਼ਰ ਨਹੀਂ ਆਇਆ, ਮੈਂ ਤਾਂ ਸੱਚੀ ਦੱਸ ਸਕਦਾ, ਕਿਉਂਕਿ ਮੈਂ ਜ਼ਿਆਦਾ ਆਇਆ ਵੀ ਨਹੀਂ, ਮੈਂ ਜ਼ਿਆਦਾ ਪਾਰਟਿਸਿਪੇਟ ਨਹੀਂ ਕਰ ਰਿਹਾ, ਮੈਂ ਤਾਂ ਦੇਖ ਰਿਹਾ ਹਾਂ। ਮੈਂ ਤਾਂ ਸਿਰਫ ਇਨਸਾਨੀਅਤ ਦੇ ਵਾਸਤੇ ਅਸੀਂ ਆਏ ਹਾਂ, ਔਰ ਬੇਦੀ ਫਾਊਂਡੇਸ਼ਨ ਸਿਰਫ ਇਨਸਾਨੀਅਤ ਦੇ ਬਲ ਤੇ ਆਈ ਹੈ ਇੱਥੇ, ਜੋ ਕਿ ਸਾਨੂੰ ਲੱਗਾ ਕਿ ਜੀ ਇੱਥੇ ਬਜ਼ੁਰਗ ਨੇ, ਬਜ਼ੁਰਗਾਂ ਦੇ ਕੋਲ ਕੱਪੜੇ ਨਹੀਂ ਨੇ, ਜਾਂ ਹੈਗੇ ਨੇ ਤੇ ਘੱਟ ਨੇ, ਠੰਡ ਬੜੀ ਪੈ ਰਹੀ ਹੈ, ਤੇ ਅਸੀਂ ਉਹਦੇ ਲਈ ਆਏ ਹਾਂ। ਬਸ ਸਾਡਾ, ਮੈਂ ਇਹ ਨਹੀਂ ਕਹਿ ਰਿਹਾ ਕਿ ਜੀ ਇਹ ਐਜੀਟੇਸ਼ਨ ਕਿੱਥੇ ਕੀ ਜਾਏਗਾ, ਕੀ ਹੋਏਗਾ, ਉਹ ਤੇ ਸਿਆਸੀ ਲੋਕਾਂ ਦੇ ਕੰਮ ਨੇ। ਸਾਡਾ ਸਿਰਫ ਇਹ ਹੈ ਕਿ ਅਸੀਂ ਇਨਸਾਨੀਅਤ ਦੇ ਬਲ ਦੇ ਉੱਤੇ ਇੱਥੇ ਆਏ ਹਾਂ। ਔਰ ਮੈਂ ਉਹ ਚੀਜ਼ ਕੀਤੀ ਸੀਗੀ ਜਦੋਂ ਮੈਂ ਆਪਣਾ ਸਾਈਕਲਿੰਗ ਕੀਤੀ ਸੀਗੀ, ਜਿਹਦੇ ਲਈ ਮੈਂ 2800, ਮੈਂ ਕੋਈ ਜਵਾਨ ਨਹੀਂ ਹੈਗਾ, 200 ਕਿਲੋਮੀਟਰ ਦਾ ਸਾਈਕਲ ਚਲਾਉਣ ਦਾ ਮਤਲਬ ਮੈਂ ਹਰ ਰੋਜ਼ 50 ਕਿਲੋਮੀਟਰ ਦੌੜਦਾ ਸੀਗਾ। ਮੈਂ ਹਰ ਰੋਜ਼ 50 ਕਿਲੋਮੀਟਰ ਦੇ ਬਰਾਬਰ ਦੌੜਦਾ ਸੀਗਾ। ਮੇਰੀ ਇੱਥੇ ਇੰਜਰੀ ਹੋ ਗਈ, ਮੇਰੀ ਲੱਤਾਂ ਨੂੰ ਹੋ ਗਈ, ਬਟ ਉਹਦਾ ਪਰਪਸ ਇਹ ਹੀ ਸੀਗਾ ਜੀ, ਕੋਈ ਵੀ ਕਿਸੇ ਵੀ ਤਬਕੇ ਦਾ, ਕਿਸੇ ਵੀ ਧਰਮ ਦਾ, ਉਹਨੂੰ ਮੈਂ ਅਗਰ ਸਹਾਇਤਾ ਕਰ ਸਕਣਾ ਵਾ ਪੈਸੇ ਇਕੱਠੇ ਕਰਕੇ। ਔਰ ਬੜੇ ਲੋਕਾਂ ਨੇ ਉਹਦੇ ਵਿੱਚ ਦਿੱਤੇ, ਕਈ ਕੰਪਨੀਆਂ ਨੇ ਦਿੱਤੇ, ਬਟ ਬੜਾ ਸਾਰਾ ਕਈਆਂ ਨੇ 100 ਰੁਪਏ ਕਰਕੇ ਉਹਦੇ ਅੰਦਰ ਪਾਇਆ। ਤੁਸੀਂ ਦੇਖੋਗੇ ਤਾਂ ਹਿਸਾਬ, ਕਈਆਂ ਨੇ 100 ਰੁਪਏ ਭੇਜੇ, ਕਿਸੇ ਨੇ 500 ਰੁਪਏ ਭੇਜੇ, ਕਿਸੇ ਨੇ 2000 ਭੇਜੇ, ਉਸੇ ਤਰ੍ਹਾਂ ਉਹ 1 ਕਰੋੜ ਰੁਪਏ ਇਕੱਠਾ ਹੋਇਆ। ਹੁਣ ਉਹ 1 ਕਰੋੜ ਰੁਪਏ ਬ੍ਰੈਸਟ ਕੈਂਸਰ ਫਾਊਂਡੇਸ਼ਨ ਦੇ ਬੈਂਕ ਦੇ ਅੰਦਰ ਹੈਗਾ। ਹੁਣ ਉਹਨੂੰ ਪੇਸ਼ੈਂਟਸ ਦੇ ਲਈ ਇਸਤੇਮਾਲ ਕਰਨਗੇ। ਉਹ ਉਹਨਾਂ ਪੇਸ਼ੈਂਟ ਨੂੰ ਜਿਹੜਾ ਗਰੀਬ ਤਬਕਾ ਆਏਗਾ ਉੱਥੇ ਜਾਏਗਾ। ਲੋਕ ਆਪ ਹੀ ਦਿੰਦੇ ਨੇ, ਤੁਸੀਂ ਲੋਕਾਂ ਦਾ ਪੈਸਾ ਲੋਕਾਂ ਦੇ ਲਗਾ ਦਿੰਦੇ ਹੋ। ਐਬਸੋਲੂਟ, ਉਹ ਤੇ ਮੈਂ ਤੁਹਾਨੂੰ ਦੱਸ ਰਿਹਾ ਨਾ, ਜਦੋਂ ਅਸੀਂ ਬਾਰਮੇਡ ਵਿੱਚ ਸੀਗੇ ਤੇ ਉਹ ਬੱਚਾ ਸੀਗਾ ਜਿਹੜਾ 11 ਸਾਲ ਦਾ ਬੱਚਾ, ਅਗਰ ਤੁਸੀਂ ਉਹਦੀ ਫੋਟੋ ਦੇਖੋਗੇ ਇਹਦੇ ਤੇ ਲੱਗੀ ਹੈ ਜਾਂ ਮੇਰੇ ਇੰਸਟਾਗ੍ਰਾਮ ਤੇ ਹੈ, ਉਹ 11 ਸਾਲ ਦਾ ਬੱਚਾ ਸੀਗਾ, ਗਰੀਬ, ਬੜਾ ਹੀ ਗਰੀਬ ਸੀਗਾ ਉਹਦਾ ਪਿਓ, ਉਹਦੇ ਕੋਲ ਪੈਸੇ ਹੀ ਨਹੀਂ ਸੀਗੇ। ਉਹਨੂੰ ਅਸੀਂ ਉੱਥੇ ਚੈੱਕਅਪ ਕਰਾਇਆ, ਉੱਥੇ ਹੀ ਅਸੀਂ ਅਨਾਉਂਸ ਕਰ ਦਿੱਤਾ। ਤੇ ਲੋਕਲ DC ਸਾਹਿਬ ਵੀ ਸੀਗੇ ਉੱਥੇ ਜਿਹੜੇ ਬਾਰਮੇਡ ਦੇ, ਉਹਨਾਂ ਦੇ ਸਾਹਮਣੇ ਹੀ ਅਸੀਂ ਅਨਾਉਂਸ ਕਰਤਾ ਕਿ ਜੀ ਇਹਦੇ 4.5 ਲੱਖ ਰੁਪਏ ਜਿਹੜਾ ਹੈ ਅਸੀਂ ਉਹ ਪੇ ਕਰਾਂਗੇ ਕੈਂਸਰ ਫਾਊਂਡੇਸ਼ਨ, ਕਿਉਂਕਿ ਜਿਹੜਾ ਪੈਸਾ ਇਕੱਠਾ ਹੋ ਰਿਹਾ ਉੱਥੇ ਹੀ ਇਸਤੇਮਾਲ ਹੋ ਰਿਹਾ। ਮੇਰਾ ਇੱਕ ਆਖਰੀ ਸਵਾਲ ਇਹੀ ਹੈ ਕਿ ਜਿਸ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਰਨਿਆਂ ਨੂੰ IT ਸੈੱਲ ਜਾਂ ਗੋਦੀ ਮੀਡੀਆ ਵੱਲੋਂ, ਤੁਸੀਂ ਕਹਿਣਾ ਚਾਹੋਗੇ ਕਿ ਬਾਬੇ ਨਾਨਕ ਦਾ ਜੋ ਬਰਕਤ ਹੈਗੀ ਘਰੋਂ ਜਾ ਨਹੀਂ ਸਕਦੀ, ਜਿੰਨਾ ਮਰਜ਼ੀ ਚਾਹੇ ਜੋਰ ਲਗਾ ਲੈਣ, ਜਿੱਦਾਂ ਮਰਜ਼ੀ ਲੱਗੇ ਰਹਿਣ, ਜੋ ਮਰਜ਼ੀ ਕਹੀ ਜਾਣ, ਇਹ ਨਾ ਲੰਗਰ ਰੁਕਣ ਵਾਲਾ ਹੈਗਾ ਇੱਥੇ, ਨਾ ਕਿਸਾਨਾਂ ਨੇ ਥੱਕਣਾ। ਕੀ ਆਖਰੀ ਸੰਦੇਸ਼ ਦੇਣਾ ਚਾਹੁੰਦੇ ਹੋ ਗੋਦੀ ਮੀਡੀਆ ਨੂੰ? ਮੈਂ ਤੇ ਸਿਰਫ ਇਹ ਦੱਸ ਸਕਦਾ ਕਿ ਜਦੋਂ ਤੀਜਾ ਦਿਨ ਸੀਗਾ ਮੇਰਾ ਸਾਈਕਲਿੰਗ ਦਾ, ਤੇ ਮੇਰੀ ਇਹਦੇ ਤੇ ਚੋਟ ਲੱਗ ਚੁੱਕੀ ਸੀ ਖੱਬੇ ਮੇਰੇ ਗੋਡੇ ਦੇ ਉੱਤੇ, ਔਰ ਮੈਂ ਇੰਨਾ ਥੱਕਿਆ ਹੋਇਆ ਸੀਗਾ ਕਿਉਂਕਿ ਮੈਨੇ ਤੇ ਮੈਂ ਆਪਣੇ ਆਪ ਨੂੰ ਉੱਚਾ ਬੋਲ ਕੇ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਸੀਗਾ, ਔਰ ਬੜਾ ਉੱਚਾ ਬੋਲ ਰਿਹਾ ਸੀ, ਸ਼ਟ ਅਪ ਆਪਣੇ ਆਪ ਨੂੰ, ਕਿ ਜੀ ਦਰਦ ਦੂਰ ਹੋਏ। ਮੈਨੂੰ ਨਹੀਂ ਪਤਾ ਕਿੱਥੋਂ ਟੇਲਵਿੰਡ ਆਈ ਔਰ ਮੈਂ ਸਾਈਕਲ ਪੂਰੀ ਚਲਾਉਂਦਾ ਰਿਹਾ। ਸੋ ਇਸ ਤਰ੍ਹਾਂ ਮੈਂ ਤਾਂ ਇਹੀ ਕਹਿ ਸਕਦਾ ਵਾਂ ਕਿ ਅਸੀਂ ਤੇ ਇਨਸਾਨੀਅਤ ਦੇ ਉੱਤੇ ਆਏ ਹਾਂ,
ਔਰ ਮੈਂ ਵਨਨੈਸ ਨੂੰ ਬੜਾ ਸਟਰੋਂਗਲੀ ਬਿਲੀਵ ਕਰਨਾ ਕਿ ਕੋਈ ਧਰਮ ਨਹੀਂ ਅਲੱਗ ਹੈਗਾ, ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ। ਔਰ ਉਸ ਲਿਹਾਜ਼ ਦੇ ਉੱਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਅਗਰ ਇੱਥੇ ਕੋਈ ਆ ਰਿਹਾ ਵੀ ਹੈ ਤੇ ਉਸੇ ਸੋਚ ਦੇ ਨਾਲ ਹੀ ਆ ਰਿਹਾ ਹੈ। ਔਰ ਅਗਰ ਕੋਈ ਦੂਜੀ ਸੋਚ ਨਾਲ ਆ ਰਿਹਾ ਕੋਈ, ਜਿਸ ਤਰ੍ਹਾਂ ਕੋਈ ਇੱਥੇ ਕੋਈ ਮੈਨੂੰ ਕੋਈ ਪੋਲਿਟਿਕਸ ਤੇ ਨਜ਼ਰ ਨਹੀਂ ਆਵੀ, ਬਟ ਉਹਨਾਂ ਨੂੰ ਅਗਰ ਨਜ਼ਰ ਆਉਂਦੀ ਹੈ ਤੇ ਦਿਖਾ ਦੇਣ ਨਾ ਕਿ ਜੀ ਆਈ ਹੈ। ਜਾਂ ਮੈਨੂੰ ਅਗਰ ਮੈਂ ਕੋਈ ਗਲਤ ਕੰਮ ਕਰ ਰਿਹਾ ਤਾਂ ਮੈਨੂੰ ਦੱਸ ਦੇਣ ਕਿ ਜੀ ਇਹ ਤੁਸੀਂ ਗਲਤ ਕਰ ਰਹੇ ਹੋ, ਮੈਂ ਉਹਦਾ ਫਿਰ ਜਵਾਬ ਦੇ ਸਕਣਾ ਜਾਂ ਕੋਈ ਹੋਰ ਜਵਾਬ ਦੇ ਸਕਦਾ ਹੈ। ਬਟ ਬਿਨਾਂ ਸੋਚੇ ਸਮਝੇ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਸੱਚੀ ਦੱਸਾਂ ਮੈਂ ਪਿਛਲੇ 3 ਸਾਲਾਂ ਦਾ ਟੀਵੀ ਨਹੀਂ ਦੇਖਿਆ, ਮੈਂ ਅਖਬਾਰ ਨਹੀਂ ਪੜ੍ਹਦਾ। ਮੈਂ ਇਹ ਪੜ੍ਹਨੀ ਬੰਦ ਇਸ ਲਈ ਕਰਤੀ ਸੀਗੀ ਕਿਉਂਕਿ ਇੰਨੀ ਵਾਹੀਆਤ ਚੀਜ਼ਾਂ ਆਉਂਦੀਆਂ ਨੇ ਕਿ ਪਹਿਲੇ ਪੇਜ ਦੇ ਉੱਤੇ ਹੀ ਸਭ ਕਿ ਜੀ ਇੰਨੇ ਮਰਡਰ ਹੋ ਗਏ, ਇੰਨੇ ਰੇਪ ਹੋ ਗਏ। ਮੈਂ ਪੜ੍ਹਨਾ ਹੀ ਬੰਦ ਕਰਤਾ। ਮੇਰੇ ਘਰ ਅਖਬਾਰ ਨਹੀਂ ਆਉਂਦੀ, ਨਾ ਮੈਂ ਟੈਲੀਵਿਜ਼ਨ ਦੇਖਣਾ। ਮੈਨੂੰ ਅੱਜ ਤੁਸੀਂ ਕਹੋਗੇ ਜੀ ਟੀਵੀ ਚਲਾ ਦੇ, ਮੈਨੂੰ ਭੁੱਲ ਗਿਆ ਹੋ ਗਿਆ ਕਿ ਜੀ ਟੀਵੀ ਕਿੱਦਾਂ ਚਲਾਉਣਾ ਹੈ। ਤੇ ਮੈਂ ਦੇਖਦਾ ਨਹੀਂ ਸੀ, ਮੈਨੂੰ ਪਤਾ ਨਹੀਂ ਕਿ ਗੋਦੀ ਮੀਡੀਆ ਕੀ ਕਹਿ ਰਹੀ ਹੈ ਜਾਂ ਉਹ ਮੀਡੀਆ ਦੂਜੀ ਮੀਡੀਆ ਕੀ ਕਹਿ ਰਹੀ ਹੈ। ਮੈਨੂੰ ਤੇ ਮੈਂ ਆਪਣੇ ਦੇ ਵਿੱਚ ਹੀ ਰੱਜਿਆ ਪੁੱਜਿਆ ਵਾਂ, ਬਸ ਇਹੀ ਕਰ ਲਵਾਂ ਤੇ ਠੀਕ ਹੈਗਾ। ਜਦੋਂ ਸਾਰੀ ਗੱਲਬਾਤ ਸੁਣੀ ਹੈ, ਮੈਂ ਜੋ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਊਚ ਨੀਚ ਨਹੀਂ ਦੇਖਿਆ ਜਾਂਦਾ। ਊਚ ਨੀਚ ਦੇਖ ਕੇ ਸੇਵਾ ਨਹੀਂ ਹੁੰਦੀ, ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ। ਸੇਵਾ ਕੋਈ ਵੀ ਵਿਅਕਤੀ ਕਰ ਸਕਦਾ। ਜਿਸ ਤਰੀਕੇ ਨਾਲ ਗੋਦੀ ਮੀਡੀਆ ਲੱਗੇ ਹੋਇਆ ਸੀ, ਪਿਛਲੇ 2 ਦਿਨ ਤੋਂ ਫਿਰ ਚੱਲ ਪਿਆ ਇੱਕ ਦੌਰ ਕਿ ਜੋ ਇੱਥੇ ਵਿਅਕਤੀ ਆਏ ਨੇ ਇਹਨਾਂ ਨੂੰ ਫੰਡਿੰਗ ਕੌਣ ਕਰ ਰਿਹਾ, ਵਿੱਚੋਂ ਬੰਦ ਹੋ ਗਿਆ ਸੀ, ਫਿਰ ਗੋਦੀ ਮੀਡੀਆ ਤੋਂ ਪਤਾ ਲੱਗ ਪਿਆ। ਤੁਸੀਂ ਸੁਣ ਲਿਆ ਹੋਣਾ ਜਿਸ ਤਰੀਕੇ ਨਾਲ ਭਾਈ ਨੇ ਸਾਰੀ ਗੱਲਬਾਤ ਕੀਤੀ ਹੈ ਕਿ 2800 ਕਿਲੋਮੀਟਰ ਸਾਈਕਲ ਚਲਾ ਕੇ 1.5 ਕਰੋੜ ਰੁਪਏ ਇਹਨਾਂ ਨੇ ਇਕੱਠਾ ਕਰਕੇ ਜਿਨ੍ਹਾਂ ਨੂੰ ਕੈਂਸਰ ਹੋਇਆ, ਉਹ ਕੈਂਸਰ ਦੇ ਮਰੀਜ਼ਾਂ ਦੇ ਉੱਤੇ ਇਹਨਾਂ ਨੇ ਪੈਸਾ ਸਾਰਾ ਲਗਾਇਆ ਹੈ। 15ਵੀਂ ਪੀੜ੍ਹੀ ਕੋਈ ਉਹਦੇ ਵਿੱਚ ਇਹ ਨਹੀਂ ਹੈ ਕਿ ਸਰਦਾਰ ਨੇ, ਇਹ ਜਿਹੜਾ ਬੱਚਾ ਸੀਗਾ ਇਹ ਤੇ ਰਾਜਸਥਾਨੀ ਦਾ ਸੀਗਾ, ਉੱਥੇ ਬਾਰਮੇੜ ਦਾ ਸੀਗਾ। ਵੀ ਉਹੀ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਕਿ ਸੇਵਾ ਧਰਮ ਦੇਖ ਕੇ ਨਹੀਂ ਹੁੰਦੀ। ਕੋਈ ਉਹਦੇ ਵਿੱਚ ਇਹ ਨਹੀਂ ਸੀਗਾ ਕਿ ਧਰਮ ਕੀ ਹੈ, ਕੀ ਜ਼ਾਤ ਹੈ, ਕੀ ਨਹੀਂ ਹੈ। ਅਸੀਂ ਸਿਰਫ ਮੈਂ ਤੇ ਸਿਰਫ ਇਕੱਠਾ ਕੀਤਾ ਹੈ, ਕੈਂਸਰ ਫਾਊਂਡੇਸ਼ਨ ਨੂੰ ਦੇ ਦਿੱਤਾ। ਹੁਣ ਉਹ ਇਸਤੇਮਾਲ ਕਰ ਰਹੇ ਨੇ ਔਰ ਉਹਨਾਂ ਦੀ ਸਾਰੀ ਡਿਟੇਲ ਅਵੇਲੇਬਲ ਹੈਗੀ ਹੈ। ਜੇ ਮੈਂ ਪਹਿਲਾਂ ਜ਼ਿਕਰ ਕਰਦਾ ਹੁੰਦਾ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਆਪਣੇ ਪੈਸਿਆਂ ਦੇ ਨਾਲ ਨਹੀਂ, ਆਪਣੇ ਕਾਰਨਾਂ ਕਰਕੇ, ਆਪਣੇ ਵਿਚਾਰਾਂ ਕਰਕੇ ਮਹਾਨ ਹੁੰਦਾ। ਜਿਵੇਂ ਤੁਸੀਂ ਦੇਖ ਲਓ ਇਹਨਾਂ ਨੂੰ ਲਗਾਤਾਰ ਸਾਈਕਲ ਚਲਾਇਆ ਇਹਨਾਂ ਨੇ, ਇੱਕ ਲੱਤ ਵਿੱਚ ਵੀ ਪ੍ਰੋਬਲਮ ਹੈਗੀ ਸੀ, 15ਵੀਂ ਪੀੜ੍ਹੀ ਤੋਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਤੁਸੀਂ ਸਾਡੇ ਨਾਲ ਜੁੜੇ ਹੋ, ਅਸੀਂ ਤੁਹਾਨੂੰ ਕਿਸਾਨੀ ਸੰਘਰਸ਼ ਦੀਆਂ ਪਲ ਪਲ ਦੀਆਂ ਤਸਵੀਰਾਂ ਜੋ ਦਿਖਾਉਂਦੇ ਰਹਾਂਗੇ। ਸਾਫ਼ ਤੇ ਸੱਚੀ ਖਬਰ ਦੇਖਣ ਵਾਸਤੇ ਪੰਜਾਬ ਨਿਊਜ਼ ਨੂੰ ਜ਼ਰੂਰ ਲਾਈਕ ਕਰ ਦੇਣਾ ਤੇ ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗ ਸਕੇ।